ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਟੀਵੀ ਪੰਜਾਬ। ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ। ਅੱਜ ਬਜਟ ਪੇਸ਼ ਹੁੰਦਾ ਹੈ ਤੇ ਬਜਟ ਦੇ ਵਿੱਚ ਆਮ ਲੋਕਾਂ ਲਈ ਕੀ ਫਾਇਦਾ ਆਇਆ ਹੈ, ਆਮ ਲੋਕ ਇਸ ਬਜਟ ਨੂੰ ਕਿਵੇਂ ਦੇਖ ਰਹੇ ਨੇ। ਬਜਟ ਦੇ ਕੁਝ ਹਾਈਲਾਈਟਸ ਤੁਹਾਡੇ ਸਾਹਮਣੇ ਲੈ ਕੇ ਆਏ ਆ, ਕੁਝ ਝਲਕੀਆਂ ਕਿ ਬਜਟ ਦੇ ਵਿੱਚ ਆਮ ਲੋਕਾਂ ਲਈ ਕੀ ਖਾਸ ਹੈ। ਸੌਖੇ ਸ਼ਬਦਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਇਲਾਵਾ ਐਕਸਪਰਟਸ ਨਾਲ ਵੀ ਗੱਲਬਾਤ ਕਰਾਂਗੇ, ਚਰਚਾ ਕਰਾਂਗੇ ਕਿ ਬਜਟ ਕਿਸ ਤਰੀਕੇ ਦਾ ਰਿਹਾ ਹੈ। ਫਿਲਹਾਲ ਤੁਹਾਨੂੰ ਦੱਸੀਏ ਤਾਂ ਬਜਟ ਦੇ ਵਿੱਚ ਇਸ ਸਮੇਂ ਜਿਹੜਾ ਆ PM ਆਵਾਸ ਯੋਜਨਾ ਹੈ ਉਹਦੇ ਵਿੱਚ ਵਾਧਾ ਕੀਤਾ ਗਿਆ ਹੈ। 79,000 ਕਰੋੜ ਰੁਪਏ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣੀ ਕਿ ਹੁਣ ਆਮ ਲੋਕਾਂ ਦੇ ਜਿਹੜੇ ਘਰ ਬਣਾਉਣ ਦੀ ਯੋਜਨਾ ਉਹਦਾ ਫਾਇਦਾ ਹੋਰ ਵੀ ਜ਼ਿਆਦਾ ਹੋਵੇਗਾ, ਹੋਰ ਲੋਕਾਂ ਨੂੰ ਜਿਹੜਾ ਹੁਣ ਘਰ ਮਿਲੇਗਾ। ਇਹ PM ਯੋਜਨਾ ਦੇ ਤਹਿਤ ਜਿਹੜਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਬਜਟ ਦੇ ਵਿੱਚ ਕਿ ਬਿਜਲੀ ਨੂੰ ਲੈ ਕੇ, ਤਾਂ ਬਿਜਲੀ ਨਾਲ ਚੱਲਣ ਵਾਲੇ ਜਿੰਨੇ ਵੀ ਵਾਹਨ ਨੇ ਜਾਂ ਕਾਰਾਂ ਨੇ, ਸਕੂਟਰ ਨੇ ਜਾਂ ਟੋਏ ਨੇ, ਉਹ ਸਾਰੇ ਜਿਹੜੇ ਸਸਤੇ ਕਰ ਦਿੱਤੇ ਗਏ ਨੇ। ਬਿਜਲੀ ਵਾਲੇ ਕੇਵਲ ਲਾ ਕੇ ਪੈਟਰੋਲ ਡੀਜ਼ਲ ਵਾਲੇ ਨੇ, ਬਿਜਲੀ ਵਾਲੇ ਸਸਤੇ ਕੀਤੇ ਗਏ ਨੇ। ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਮੋਬਾਈਲ ਫੋਨ ਵੀ ਸਸਤੇ ਹੋਣਗੇ, ਕੈਮਰੇ ਵੀ ਸਸਤੇ ਹੋਣਗੇ। ਯਾਨੀ ਕਿ ਜੇਕਰ ਹੁਣ ਤੁਸੀਂ ਮੋਬਾਈਲ ਫੋਨ ਲੈਣਾ ਤਾਂ ਤੁਹਾਨੂੰ ਸਸਤਾ ਮਿਲੇਗਾ, ਉਹਦੀ ਥੋੜੀ ਕੀਮਤ ਘਟਾਉਣ ਦਾ ਐਲਾਨ ਕੀਤਾ ਗਿਆ। ਹਾਲਾਂਕਿ ਕਿੰਨੀ ਘਟਦੀ ਹੈ ਸਮਾਂ ਰਹਿੰਦੇ ਪਤਾ ਲੱਗੇਗਾ, ਪਰ ਐਲਾਨ ਜ਼ਰੂਰ ਕਰ ਦਿੱਤਾ ਗਿਆ ਕਿਉਂਕਿ ਟੈਕਸਸ 'ਚ ਬਹੁਤ ਸਾਰੀਆਂ ਛੋਟ ਦਿੱਤੀਆਂ ਗਈਆਂ ਨੇ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਜਿਹੜੀ ਬਾਇਓਗੈਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਉਹ ਵੀ ਜਿਹੜੀਆਂ ਸਸਤੀਆਂ ਹੋਣਗੀਆਂ। ਜਾਣੀ ਕਿ ਜਿਹੜੀਆਂ ਗੱਡੀਆਂ ਜਾਂ ਜਿਹੜੀਆਂ ਮਸ਼ੀਨਾਂ ਜਿਹੜੇ ਕਹੀਏ ਕਿ ਇੰਜਨ ਉਸ ਨਾਲ ਚੱਲਦੇ ਨੇ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ LED TV ਹੈ ਜਿਹੜਾ ਉਹ ਵੀ ਸਸਤਾ ਹੋਵੇਗਾ। ਪਰ ਇੱਥੇ ਹੀ ਜਿਹੜੀਆਂ ਘਰ ਦੇ ਵਿੱਚ ਜਿਹੜੀਆਂ ਚਿਮਨੀਆਂ ਲੱਗਦੀਆਂ ਰਸੋਈ ਵਾਲੀਆਂ ਉਹ ਮਹਿੰਗੀਆਂ ਹੋਣਗੀਆਂ। ਸੋਨਾ ਚਾਂਦੀ ਪਲੈਟੀਨਮ ਇਹ ਵੀ ਮਹਿੰਗਾ ਹੋਵੇਗਾ। ਯਾਨੀ ਕਿ ਜੇਕਰ ਤੁਸੀਂ ਸੋਚ ਰਹੇ ਸੀ ਕਿ ਸੋਨਾ ਚਾਂਦੀ ਲੈਣਾ, ਪਰ ਹੁਣ ਉਹ ਮਹਿੰਗਾ ਹੋਵੇਗਾ। ਕੇਵਲ ਸੋਨੇ ਚਾਂਦੀ ਨਾਲ ਜਿਹੜੀਆਂ ਬਣੀਆਂ ਹੋਈਆਂ ਚੀਜ਼ਾਂ ਨੇ ਉਹ ਸਸਤੀਆਂ ਜ਼ਰੂਰ ਮਿਲਣਗੀਆਂ। ਯਾਨੀ ਕਿ ਜੇ ਤੁਸੀਂ ਗਹਿਣੇ ਲੈਣ ਜਾਓਗੇ ਤਾਂ ਤੁਹਾਨੂੰ ਥੋੜੇ ਸਹੀ ਰੇਟ ਤੇ ਮਿਲ ਜਾਣਗੇ। ਇਹ ਇਸ ਵਾਰ ਜਿਹੜਾ ਬਜਟ ਦੇ ਵਿੱਚ ਖਾਸ ਤੌਰ ਤੇ ਇਹ ਗੱਲ ਲਿਆਂਦੀ ਗਈ ਆ। ਜਿਹੜੇ ਨਸ਼ਾ ਕਰਨ ਵਾਲੇ, ਸਿਗਰਟ ਬੀੜੀ ਪੀਣ ਵਾਲੇ ਆ, ਉਹਨਾਂ ਲਈ ਉਹ ਹੁਣ ਮਹਿੰਗੀ ਹੋਵੇਗੀ। ਉਹਨਾਂ ਨੂੰ ਥੋੜਾ ਜਿਹਾ ਹੁਣ ਪੈਸੇ ਵੱਧ ਖਰਚਣੇ ਪੈਣਗੇ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ MSME ਜਾਣੀ ਕਿ 3000 ਕਰੋੜ ਰੁਪਏ ਤੱਕ, ਜਿਹੜਾ 3000 ਕਰੋੜ ਦੀ ਜਿਹੜੀ ਟਰਨਓਵਰ ਹੈ ਉਹ ਤੁਹਾਡੇ ਸਮਾਲ ਸਕੇਲ ਬਿਜ਼ਨਸ ਦੇ ਵਿੱਚ ਹੁਣ ਟੈਕਸ ਤੋਂ ਮੁਫਤ ਹੋਵੇਗੀ। 3 ਕਰੋੜ ਤੱਕ ਦੀ ਜਿਹੜੀ ਟਰਨਓਵਰ ਹੈ, 3 ਕਰੋੜ ਤੱਕ ਜਦ ਤੱਕ ਜੇਕਰ ਤੁਹਾਡਾ ਛੋਟਾ ਬਿਜ਼ਨਸ ਆ, ਤੁਸੀਂ 3 ਕਰੋੜ ਦੀ ਟਰਨਓਵਰ ਕਰਦੇ ਹੋ ਤਾਂ ਤੁਹਾਨੂੰ ਟੈਕਸ ਨਹੀਂ ਦੇਣਾ ਪਵੇਗਾ। ਪਹਿਲਾਂ ਇਸ ਦੇ ਵਿੱਚ ਟੈਕਸ ਜਿਹੜਾ ਉਹ ਪੇ ਕਰਨਾ ਪੈਂਦਾ ਸੀਗਾ। ਬਹੁਤ ਸਾਰੇ ਹੋਰ ਕੀ ਜਿਹੜੇ ਫਾਇਦੇ ਹੋਏ ਉਸੇ ਗੱਲ ਕਰਦੇ ਆ, ਪਰ ਸਭ ਤੋਂ ਪਹਿਲਾਂ ਟੈਕਸ ਦੀ ਗੱਲ ਕਰ ਰਹੀ ਹੈ ਕਿ ਟੈਕਸ ਦੇ ਵਿੱਚ ਕੀ ਖਾਸ ਕੀਤਾ ਗਿਆ। ਪਹਿਲਾਂ ਆਮ ਕਰਕੇ ਅਸੀਂ ਦੇਖਦੇ ਸੀ ਕਿ ਟੈਕਸ ਦੀ ਜਿਹੜੀ ਸਲੈਬ ਸੀ ਕਿ ਉਹਦੇ 6 ਲੱਖ 'ਚ ਪੈਸਾ ਤੁਹਾਨੂੰ ਖਰਚਣਾ ਪੈਂਦਾ ਸੀ, ਯਾਨੀ ਕਿ ਟੈਕਸ ਪੇ ਕਰਨਾ ਪੈਂਦਾ ਸੀ। ਹੁਣ 7 ਲੱਖ ਰੁਪਏ ਤੱਕ ਛੋਟ ਦੇ ਦਿੱਤੀ ਗਈ ਆ। ਜੇ ਤੁਹਾਡੀ ਸਾਲਾਨਾ ਇਨਕਮ 7 ਲੱਖ ਤੱਕ ਆਉਂਦੀ ਹੈ ਤਾਂ ਤੁਹਾਨੂੰ ਟੈਕਸ ਭਰਨ ਦੀ ਲੋੜ ਨਹੀਂ। ਹੁਣ ਤੁਸੀਂ 0 ਟੈਕਸ ਭਰੋਗੇ, ਪਰ ਰਿਟਰਨ ਜ਼ਰੂਰ ਭਰਨੀ ਪਵੇਗੀ। ਰਿਟਰਨਾਂ ਜ਼ਰੂਰ ਆਪਣੀਆਂ ਭਰੋ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਜਿਹੜਾ ਆ ਕਿ ਕਿੱਥੋਂ ਕਿੰਨਾ ਪਰਸੈਂਟ ਜਿਹੜਾ ਟੈਕਸ ਦੇ ਵਿੱਚ ਲੱਗੇਗਾ। ਆਮ ਕਰਕੇ ਜੇ ਗੱਲ ਕੀਤੀ ਜਾਵੇ ਸਲੈਬਸ ਦੀ, ਕਿ ਸਲੈਬਸ ਕੀ ਰਹਿਣ ਵਾਲੀਆਂ, 0 ਤੋਂ 3 ਲੱਖ ਤੱਕ ਨਿੱਲ ਦੀ ਜਿਹੜੀ ਸਲੈਬ ਆ, 3 ਤੋਂ 6 ਤੱਕ 5%, 6 ਤੋਂ 9 ਲੱਖ ਤੱਕ 10%, 9 ਤੋਂ 12 ਲੱਖ ਤੱਕ 15% ਅਤੇ ਉਸ ਤੋਂ ਉੱਤੇ 30% ਆ। ਮਤਲਬ ਇਹ ਆ ਕਿ ਕਿਤੇ ਰਾਹਤ ਵੀ ਆ, ਕਿਤੇ ਥੋੜਾ ਜਿਹਾ ਪੈਸਾ ਪੇ ਵੀ ਕਰਨਾ ਪੈ ਸਕਦਾ ਆ। ਉੱਥੇ ਹੀ ਇਹ ਗੱਲ ਕਰੇ ਸਰਚਾਰਜ ਦੀ, ਤਾਂ 37% ਤੱਕ ਜਿਹੜੀ ਆ ਸਰਚਾਰਜ ਨੂੰ ਘਟਾ ਕੇ ਹੁਣ ਜਿਹੜਾ ਆ 25% ਕਰ ਦਿੱਤਾ ਗਿਆ। ਅਕਸਰ ਜਿਹੜੇ ਸਰਚਾਰਜ ਲੱਗਦੇ ਸੀ ਲੋਕ ਪਰੇਸ਼ਾਨ ਸੀ, ਉਹਦਾ ਵੀ ਜਿਹੜਾ ਹੁਣ ਥੋੜਾ ਜਿਹਾ ਉਸ ਨੂੰ ਘਟਾਇਆ ਗਿਆ ਹੈ। ਇਹ ਥੋੜਾ ਜਿਹਾ ਕੁਝ ਚੰਗੀਆਂ ਗੱਲਾਂ ਜਿਹੜੀਆਂ ਟੈਕਸ ਦੇ ਵਿੱਚ ਐਡ ਕੀਤੀਆਂ ਗਈਆਂ। ਇਸ ਤੋਂ ਇਲਾਵਾ ਗੱਲ ਕਰ ਲੈਂਦੇ ਆ 5G ਰਿਸਰਚ, ਜਿਹੜੀਆਂ ਰਿਸਰਚ ਦੇ ਲਈ 5G ਰਿਸਰਚ ਲਈ 100 ਲੈਬਸ ਜਿਹੜੀਆਂ ਨਵੀਆਂ ਬਣਨ ਜਾ ਰਹੀਆਂ ਨੇ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ 50 ਨਵੇਂ ਏਅਰਪੋਰਟ ਬਣਾਉਣ ਦੀ ਗੱਲ ਕਹੀ ਗਈ ਹੈ। ਉਸ ਤੋਂ ਬਾਅਦ ਸਮਾਲ ਸਕੇਲ ਬਿਜ਼ਨਸ ਦੇ ਵਿੱਚ 9000 ਕਰੋੜ ਦੀ ਜਿਹੜੀ ਆ ਉਹ ਇਨਵੈਸਟਮੈਂਟ ਦੀ ਗੱਲ ਹੋਈ ਆ। ਹੁਣ ਜਿਹੜਾ ਤੁਹਾਡਾ ਪੈਨ ਕਾਰਡ ਆ ਉਹੀ ਤੁਹਾਡਾ ਪਛਾਣ ਪੱਤਰ ਹੋਵੇਗਾ। ਇਹਦੀ ਗੱਲ ਜਿਹੜੀ ਟੈਕਸ ਦੇ ਵਿੱਚ ਅੱਜ ਕੀਤੀ ਗਈ ਆ। ਤੇ ਟਰਾਂਸਪੋਰਟ ਹੈਤੂ ਜਿਹੜਾ ਆ 75 ਕਰੋੜ ਰੁਪਈਆ ਜਿਹੜਾ ਇਨਵੈਸਟ ਕਰਨ ਦੀ ਗੱਲ ਕੀਤੀ ਗਈ ਆ। ਇਸ ਤੋਂ ਇਲਾਵਾ 10000 ਕਰੋੜ ਆ ਜਿਹੜਾ ਅਰਬਨ ਡਿਵੈਲਪਮੈਂਟ ਲਈ ਲਗਾਇਆ ਜਾਵੇਗਾ, ਇਹਦੀ ਗੱਲ ਕੀਤੀ ਗਈ ਆ। 2.4 ਲੱਖ ਜਾਣੀ ਕਿ 2.4 ਲੱਖ ਕਰੋੜ ਰੁਪਈਆ ਜਿਹੜਾ ਉਹ ਹੁਣ ਰੇਲਵੇ ਦੀ ਡਿਵੈਲਪਮੈਂਟ ਲਈ ਲਾਇਆ ਜਾਵੇਗਾ। ਲੇਹ ਲਦਾਖ ਵਾਲਾ ਇਲਾਕਾ ਬਹੁਤ ਖਾਲੀ ਪਿਆ, ਉੱਥੇ ਜਿਹੜੀ ਡਿਵੈਲਪਮੈਂਟ ਹੋਵੇਗੀ ਉਸ ਦੀ ਗੱਲ ਕੀਤੀ ਗਈ ਆ। ਬਿਜਲੀ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਆ, ਉਸ ਦੇ ਵਿੱਚ ਵੀ ਪੈਸੇ ਲਾਉਣ ਦੀ ਗੱਲ ਕੀਤੀ ਹੈ। ਹੁਣ ਗੱਲ ਕਰ ਲੈਂਦੇ ਆ ਔਰਤਾਂ ਦੀ ਸੇਵਿੰਗ ਨੂੰ ਲੈ ਕੇ। ਇਹ ਵੱਡੀ ਗੱਲ ਆ।
ਔਰਤਾਂ ਜਿਹੜੀਆਂ ਸੇਵਿੰਗ ਕਰ ਰਹੀਆਂ ਸਨ, ਜਿਹਦੀ 2 ਲੱਖ ਤੱਕ ਛੋਟੀ ਸੇਵਿੰਗ ਆ, ਉਹਨੂੰ ਜਿਹੜਾ ਹੁਣ ਇਸ ਬਜਟ ਦੇ ਵਿੱਚ ਫਾਇਦਾ ਇਹ ਹੋਇਆ ਕਿ ਉਹਦੀ ਜਿਹੜਾ ਵਿਆਜ ਦਰ ਆ ਉਹ ਵਧਾ ਦਿੱਤੀ ਗਈ ਆ, 7.5 ਕਰ ਦਿੱਤੀ ਗਈ ਆ। ਵਿਆਜ ਦਾ ਫਾਇਦਾ ਜਿਹੜਾ ਹੁਣ ਔਰਤਾਂ ਨੂੰ ਹੋਵੇਗਾ 2 ਲੱਖ ਤੱਕ ਪਰੇ ਕੀਤੀ ਗਈ ਆ। ਉਸ ਤੋਂ ਇਲਾਵਾ ਜਿਹੜੇ ਸਾਲਾਨਾ ਖਾਤੇ ਆ ਉਹਦੇ ਵਿੱਚ ਵੀ ਥੋੜਾ ਫਾਇਦਾ ਦਿੱਤਾ ਗਿਆ। ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਬਜ਼ੁਰਗਾਂ ਦੀ, ਤਾਂ ਬਜ਼ੁਰਗਾਂ ਦੀ ਹੁਣ ਜਿਹੜੀ ਸੇਵਿੰਗ ਲਿਮਿਟ ਹੈ ਉਹਨੂੰ ਵਧਾ ਕੇ 30 ਲੱਖ ਰੁਪਏ ਕਰ ਦਿੱਤਾ ਗਿਆ ਹੈ। ਅੱਗੇ ਬਜ਼ੁਰਗਾਂ ਦੀ ਸੇਵਿੰਗ ਲਿਮਿਟ ਘੱਟ ਸੀ, ਹੁਣ ਉਹਨੂੰ ਵਧਾਇਆ ਗਿਆ, ਫਾਇਦਾ ਬਜ਼ੁਰਗਾਂ ਨੂੰ ਦਿੱਤਾ ਗਿਆ ਹੈ। ਕੁੱਲ ਮਿਲਾ ਕੇ ਕਿਤੇ ਫਾਇਦਾ ਨਜ਼ਰ ਆ ਰਿਹਾ, ਕਿਤੇ ਘਾਟਾ ਨਜ਼ਰ ਆ ਰਿਹਾ। ਸੋ ਇਹ ਬਜਟ ਆ ਜਿਹੜਾ ਅੱਜ ਦਾ ਉਹ ਪੇਸ਼ ਕੀਤਾ ਗਿਆ ਹੈ। ਹੁਣ ਗੱਲ ਕਰ ਲੈਂਦੇ ਐਕਸਪਰਟਸ ਦੇ ਨਾਲ ਕਿ ਐਕਸਪਰਟਸ ਇਸ ਬਜਟ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਆ। ਸਾਡੇ ਨਾਲ ਡਾਕਟਰ ਪਸ਼ਵਿੰਦਰਜੀਤ ਸਿੰਘ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਕਿਸ ਤਰੀਕੇ ਨਾਲ ਤੁਸੀਂ ਇਹ ਬਜਟ ਨੂੰ ਦੇਖ ਰਹੇ ਹੋ ਕਿ ਲੱਗਦਾ ਵਾਕਈ ਸਰਕਾਰ ਨੇ ਜਿਹੜਾ ਆ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ? ਦੇਖੋ, ਅਗਰ ਇਨ ਜਨਰਲ ਆਪਾਂ ਇਸ ਬਜਟ ਨੂੰ ਦੇਖੀਏ ਤਾਂ ਇਹ ਬਜਟ ਪਿਛਲੇ ਬਜਟਸ ਦੀ ਕੰਟੀਨਿਊਟੀ 'ਚ ਸਨ। ਤੇ ਜਿਵੇਂ ਸਰਕਾਰ ਦਾ ਪਿਛਲੇ ਕੁਝ ਸਾਲਾਂ ਤੋਂ ਬਜਟ 'ਚ ਨਜ਼ਰ ਆ ਰਿਹਾ ਹੈ ਕਿ ਇੰਡਸਟਰੀ ਤੇ ਗਰੋਥ ਦੇ ਉੱਤੇ, ਬਿਜ਼ਨਸ ਦੇ ਉੱਤੇ ਫੋਕਸ ਰਿਹਾ, ਤੇ ਇਹ ਸਾਰੀਆਂ ਨੀਤੀਆਂ, ਰਿਫਾਰਮਸ ਇਸ ਬਜਟ 'ਚ ਨਜ਼ਰ ਆਏ। ਤਾਂ ਇਟ ਇਜ਼ ਅ ਕੰਟੀਨਿਊਏਸ਼ਨ ਆਫ ਓਲਡ ਬਜਟਸ ਐਂਡ ਥਾਟ। ਜੇ ਆਪਾਂ ਕਹੀਏ ਕਿ ਇਲੈਕਸ਼ਨ ਈਅਰ ਸੀ, ਇਸ ਵਾਰੀ ਕੋਈ ਖਾਸ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ, ਮੈਨੂੰ ਨਜ਼ਰ ਨਹੀਂ ਆਇਆ, ਕਿਉਂਕਿ ਇੰਡੀਆ ਇਜ਼ ਅ ਮੈਚਿਓਰਡ ਕੰਟਰੀ ਨਾਓ ਐਂਡ ਦਿਸ ਗਵਰਨਮੈਂਟ ਇਜ਼ ਐਕਟਿੰਗ ਵੈਰੀ ਮੈਚਿਓਰਡਲੀ। ਫਾਈਨੈਂਸ ਮਿਨਿਸਟਰ ਨੇ ਬੜਾ ਮੈਚਿਓਰਡਲੀ ਸਾਰੇ ਵਰਗਾਂ ਨੂੰ ਟੱਚ ਕੀਤਾ, ਪਰ ਇੱਦਾਂ ਨਹੀਂ ਕਿਸੇ ਨੂੰ ਵੂ ਕਰਨ ਦੀ ਕੋਸ਼ਿਸ਼ ਕੀਤੀ ਵੀ ਇਲੈਕਸ਼ਨ ਈਅਰ ਹੈ। ਇਲੈਕਸ਼ਨ ਈਅਰ ਦੀ ਚਰਚਾ ਸੀ ਸਵੇਰ ਤੋਂ, ਜਿਹੜਾ ਵਿਰੋਧੀ ਧਿਰ ਵੀ ਇਹੀ ਕਹਿ ਰਹੇ ਸੀ ਕਿ ਬਜਟ ਇਲੈਕਸ਼ਨ ਨੂੰ ਦੇਖ ਕੇ ਬਣਾਇਆ ਜਾਊਗਾ। ਹੁਣ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਟੈਕਸ ਦੇ ਉੱਤੇ ਦੇਖੀਏ ਤਾਂ ਲੱਗਦਾ ਕਿ ਇਸ ਵਾਰ ਜਿਹੜੀ ਟੈਕਸ ਦੀ ਸਲੈਬ ਵੀ ਘਟਾਈ ਹੈ ਤੇ ਥੋੜਾ ਜਿਹਾ ਜਿਹੜਾ ਰਾਹਤ ਵੀ ਮਿਲੀ ਹੈ। ਦੇਖੋ, ਟੈਕਸਿਸ ਦੀ ਜਿਹੜੀ ਰਾਹਤ ਹੈ ਉਹ ਮੇਰਾ ਖਿਆਲ ਇਹ ਐਕਸਪੈਕਟਡ ਹੀ ਸੀ, ਕਿਉਂਕਿ ਇਨ ਕੰਟੀਨਿਊਏਸ਼ਨ ਜਿਵੇਂ ਜਿਵੇਂ ਆਪਾਂ ਦੇਖਦੇ ਹਾਂ ਕਿ ਸਭ ਦੀਆਂ ਇਨਕਮਸ ਵੱਧਦੀਆਂ ਪਈਆਂ ਨੇ ਤੇ ਆਪਣੀ ਮਹਿੰਗਾਈ ਵੀ ਵੱਧਦੀ ਪਈ ਹੈ, ਤਾਂ ਆਈ ਥਿੰਕ ਦਿਸ ਵਾਜ਼ ਜਸਟ ਅ ਲੌਜੀਕਲ ਸਟੈਪ। ਤਾਂ ਆਪਾਂ ਕਹੀਏ ਵੀ ਇਹਦੇ ਨਾਲ ਬੈਨੀਫਿਟ ਹੋਏਗਾ ਆਮ ਵਰਗ ਦਾ, ਹਾਂ ਹੋਏਗਾ। ਨਾ ਕਰਦੇ ਤਾਂ ਨੈਗੇਟਿਵ ਸੀ, ਜੇ ਕੀਤਾ ਤੇ ਬਹੁਤ ਚੰਗੀ ਗੱਲ ਹੈ, ਰਾਈਟ। ਤੇ ਇਹ ਆਮ ਜਿਹੜਾ ਕਾਮਨ ਮੈਨ ਹੈ ਉਹ ਇਹਨੂੰ ਰਿਸੀਵ ਕਰੇਗਾ ਵੈਰੀ ਪੋਜ਼ਿਟਿਵਲੀ। ਡਿਜੀਟਲ ਇੰਡੀਆ ਨੂੰ ਲੈ ਕੇ ਬੜਾ ਢਿੰਡੋਰਾ ਪਿੱਟਦੀ ਰਹੀ ਹੈ ਗੌਰਮੈਂਟ, ਹੁਣ ਤੱਕ ਲੈ ਕੇ ਇਸ ਦੇ ਵਿੱਚ ਥਾਂ ਵੀ ਦਿੱਤੀ ਗਈ ਹੈ, ਕਿਤੇ ਨਾ ਕਿਤੇ ਡਿਜੀ ਲੋਕਰ ਜਾਂ ਹੋਰ ਦੀ ਵੀ ਚਰਚਾ ਹੋਈ ਹੈ। ਕੀ ਵਾਕਈ ਇਹ ਬੈਨੀਫਿਟ ਸਟੈਪ ਹੈਗਾ ਜਾਂ? ਦੇਖੋ, ਇਹ ਬਹੁਤ ਵੱਡਾ ਬੈਨੀਫਿਟ ਸਟੈਪ ਹੈ। ਅਲਟੀਮੇਟਲੀ ਆਟੋਮੇਸ਼ਨ ਤੇ ਡਿਜੀਟਾਈਜੇਸ਼ਨ ਨੇ ਸਾਰਾ ਕੁਝ ਈਜ਼ ਆਊਟ ਕਰਨਾ ਹੈ। ਦੇਖੋ, ਅਸੀਂ ਗੱਲ ਕਰਦੇ ਹਾਂ ਈਜ਼ ਆਫ ਡੂਇੰਗ ਬਿਜ਼ਨਸ, ਫਿਰ ਕਹਿੰਦੇ ਹਾਂ ਈਜ਼ ਆਫ ਲਿਵਿੰਗ। ਈਜ਼ ਆਫ ਲਿਵਿੰਗ, ਇਹ ਸਾਰੀ ਡਿਜੀਟਾਈਜੇਸ਼ਨ ਜਿਹੜੀ ਹੈ ਇਹ ਹਰ ਬੰਦੇ ਨੂੰ ਟੱਚ ਕਰਦੀ ਹੈ, ਉਹਦੀ ਲਾਈਫ ਨੂੰ ਈਜ਼ੀ ਕਰਦੀ ਹੈ। ਤੇ ਆਪਾਂ ਨੂੰ ਦਫ਼ਤਰਾਂ 'ਚ ਘੁੰਮਣ ਦੀ ਲੋੜ ਨਹੀਂ ਜਾਂਦੀ, ਆਪਾਂ ਘਰ ਬਹਿ ਕੇ ਸਾਰਾ ਕੰਮ ਆਪਾਂ ਆਪਰੇਟ ਕਰ ਲੈਂਦੇ ਹਾਂ। ਦੂਜੀ ਗੱਲ ਹੈਗੀ ਹੈ, ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਕੋਈ ਸਬਸਿਡੀ, ਕੋਈ ਬੈਨੀਫਿਟ ਸਰਕਾਰ ਦੇਣਾ ਚਾਹੁੰਦੀ ਹੈ, ਤਾਂ ਐਟਲੀਸਟ ਸਾਡੀ ਆਇਡੈਂਟੀਟੀ ਤਾਂ ਹੁਣ ਇੱਕ ਕ੍ਰੀਏਟ ਹੋ ਜਾਏਗੀ, ਵਰਨਾ ਤਾਂ ਮਲਟੀਪਲ ਆਇਡੈਂਟੀਟੀਜ਼, ਇੱਕ ਬੰਦੇ ਨੂੰ 4 ਜਗ੍ਹਾ ਬੈਨੀਫਿਟ ਮਿਲਦੇ ਆ, ਦੂਜੇ ਨੂੰ ਮਿਲਦੇ ਹੀ ਕੋਈ ਨਹੀਂ ਹੈਗੇ। ਤਾਂ ਇਹ ਸਾਰੀ ਜਿਹੜੀ ਡਿਜੀਟਾਈਜੇਸ਼ਨ ਦੀ ਮੁਹਿੰਮ ਚਲਾ ਰਹੀ ਹੈ ਸਰਕਾਰ, ਵਿਲ ਹੈਲਪ ਐਵਰੀ ਕਾਮਨ ਮੈਨ। ਇੱਥੇ ਇੱਕ ਗੱਲ ਆਉਂਦੀ ਹੈ, ਬੜਾ ਗੁੱਡ ਸਟੈਪ ਹੈਗਾ, ਪਰ ਸਿਕਿਉਰਿਟੀ ਹੈ, ਕਿਉਂਕਿ ਸਾਡਾ ਡਾਟਾ ਹੈ ਜਿਹੜਾ ਆਲਵੇਜ਼ ਜਿਹੜਾ ਆ ਉਹ ਜਿਹੜਾ ਚੋਰੀ ਹੋ ਜਾਂਦਾ, ਜਾਏ ਕਿ ਇਹ ਕਿਸੇ ਹੋਰ ਦੇ ਹੱਥ ਚਲੇ ਜਾਂਦਾ। ਦੇਖੋ, ਇੱਦਾਂ ਇੰਡੀਆ, ਮੈਂ ਫਿਰ ਕਹਿਣਾ, ਇੱਕ ਮੈਚਿਓਰਡ ਕੰਟਰੀ ਬਣਦੀ ਪਈ ਹੈ, ਜਿਹਦੇ ਵਿੱਚ ਇਹ ਟੈਕਨੋਲੋਜੀ ਜਿਵੇਂ ਜਿਵੇਂ ਦੁਨੀਆ 'ਚ ਆ ਰਹੀ ਹੈ ਤੇ ਇੰਡੀਆ ਪਿੱਛੇ ਨਹੀਂ ਰਹਿ ਸਕਦਾ। ਤੇ ਜਿਵੇਂ ਜਿਵੇਂ ਆਪਾਂ ਇਹੋ ਜਿਹੀਆਂ ਡਿਜੀਟਾਈਜੇਸ਼ਨ ਦੀ ਲੈ ਕੇ ਆਵਾਂਗੇ, ਪ੍ਰੋਸੈਸ ਨੂੰ ਲੈ ਕੇ ਆਵਾਂਗੇ, ਉਹਦੇ 'ਚ ਪ੍ਰੋਬਲਮਸ ਵੀ ਆਉਣਗੀਆਂ ਤੇ ਸੋਲਵ ਵੀ ਹੋਣਗੀਆਂ ਅੱਗੇ ਜਾ ਕੇ। ਵੀ ਸ਼ੁੱਡ ਬੀ ਪੋਜ਼ਿਟਿਵ ਐਂਡ ਆਪਟਿਮਿਸਟਿਕ ਅਬਾਊਟ ਕਿ ਜਿੱਥੇ ਪ੍ਰੋਬਲਮ ਆਉਂਦੀ ਉਹਦੀ ਸੋਲੂਸ਼ਨ ਵੀ ਆਉਂਦੀ ਹੈ ਨਾਲ। ਸਿਹਤ ਸੇਵਾਵਾਂ ਨੂੰ ਲੈ ਕੇ ਕਿਸ ਤਰੀਕੇ ਦਾ? ਦੇਖੋ, ਹੁਣ ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਇਸ ਵਾਰੀ ਪਹਿਲੀ ਵਾਰੀ ਮੈਂ ਦੇਖਿਆ ਕਿ ਫਾਰਮਾ ਤੇ ਮੈਡੀਕਲ ਡਿਵਾਈਸਿਸ ਤੇ ਕਾਫੀ ਫੋਕਸ ਸੀ। ਇੰਡੀਆ ਹੈਜ਼ ਰੀਅਲਾਈਜ਼ਡ ਕਿ 20% ਸਿਰਫ ਨਾ ਤਕਰੀਬਨ ਇੰਡੀਆ 'ਚ ਮੈਡੀਕਲ ਡਿਵਾਈਸਿਸ ਬਣਦੀਆਂ ਨੇ ਤੇ 80% ਇੰਪੋਰਟ ਹੁੰਦੀਆਂ ਨੇ। ਤੇ ਇਸ ਬਜਟ ਦੇ ਵਿੱਚ ਉਹ ਚਾਹੁੰਦੇ ਸੀ ਕਿ ਅਸੀਂ ਸਕਿੱਲ, ਟੈਲੈਂਟ ਜਿਹੜਾ ਹੈਗਾ ਉਹ ਇੰਟਰਨਲੀ ਕ੍ਰੀਏਟ ਕਰੀਏ, ਹਾਈ ਐਂਡ ਟੈਲੈਂਟ, ਤੇ ਤਾਂ ਹੀ ਕਰਕੇ ਸੈਂਟਰ ਆਫ ਐਕਸਲੈਂਸ ਤੇ ਉਸ ਤਰ੍ਹਾਂ ਦੇ ਜਿਹੜੇ ਕੋਰਸਿਸ ਸਟਾਰਟ ਕਰਨ ਦੀ ਗੱਲ ਕੀਤੀ ਹੈਗੀ ਹੈ। ਤਾਂ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਅਸੀਂ ਹਾਈ ਐਂਡ ਮੈਡੀਕਲ ਡਿਵਾਈਸਿਸ ਬਣਾ ਪਾਵਾਂਗੇ ਉਹਦੇ ਕਰਕੇ। ਫਾਰਮਾ R&D ਦੀ ਵੀ ਗੱਲ ਕੀਤੀ ਹੈਗੀ ਹੈ, ਤਾਂ ਰਿਸਰਚ ਐਂਡ ਡਿਵੈਲਪਮੈਂਟ ਤੇ ਇੰਡਸਟਰੀ ਐਕੈਡੇਮੀਆ ਦੀ ਵੀ ਗੱਲ ਕੀਤੀ ਹੈ ਕਿ ਕਿਵੇਂ ਸੈਂਟਰ ਆਫ ਐਕਸਲੈਂਸ ਤੇ ਇੰਡਸਟਰੀ ਮਿਲ ਕੇ ਜਿਹੜੀ ਹੈ ਇੱਕ ਪ੍ਰੋਗਰੈਸਿਵ ਪ੍ਰੋਡਕਟਸ ਬਣਾ ਪਾਉਣਗੇ
ਤੋ ਮੇਰੇ ਹਿਸਾਬ ਨਾਲ ਇੱਕ ਮੈਚੁਰਡ ਸੋਚ ਹੈਗੀ ਹੈ। ਆਮ ਲੇਮੈਨ ਦੇ ਤੌਰ ਤੇ ਆਪਾਂ ਗੱਲ ਕਰ ਲੈਂਦੇ ਆ, ਉਸ ਦੇ ਤੌਰ ਤੇ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਸਾਨੂੰ ਤਾਂ ਇਹੀ ਹੁੰਦਾ ਵੀ ਟੈਕਸ ਵੱਧਦਾ ਕਿ ਨਹੀਂ ਵੱਧਦਾ, ਸਮਾਨ ਕੀ ਸਸਤਾ ਹੋਇਆ, ਕਿਵੇਂ ਹੋਇਆ, ਕਿੰਨਾ ਕੁ ਫਾਇਦਾ ਦਊ ਬਜਟ? ਦੇਖੋ ਇੱਦਾਂ ਹੈਗਾ ਕਿ ਮੇਰੇ ਹਿਸਾਬ ਨਾਲ ਅਸੀਂ ਨਾ ਇਨ ਜਨਰਲ ਇੰਡੀਆ ਉਸ ਤੋਂ ਗੱਲ ਤੋਂ ਉੱਪਰ ਉੱਠ ਚੁੱਕਾ ਹੈ, ਵੱਡਾ ਹੋ ਚੁੱਕਾ ਹੈ ਕਿ ਅਲਟੀਮੇਟਲੀ ਸਰਕਾਰ ਨੇ ਸਿੱਧੇ ਬੈਨੀਫਿਟ ਦੇਣੇ ਬੰਦ ਕਰ ਦਿੱਤੇ। ਇਹ ਇੱਕ ਚੰਗੀ ਚੀਜ਼ ਹੈ। ਸਰਕਾਰ ਕੀ ਚਾਹੁੰਦੀ ਹੈ ਕਿ ਇੱਕ ਮਾਹੌਲ ਕ੍ਰੀਏਟ ਕੀਤਾ ਜਾਵੇ ਪ੍ਰੋਗਰੈਸ ਦਾ, ਬਿਜ਼ਨਸ ਦਾ ਤੇ ਤਰੱਕੀ ਦਾ, ਤੇ ਉਹਦੇ ਨਾਲ ਹਰ ਆਮ ਬੰਦੇ ਨੂੰ ਫਾਇਦਾ ਹੋਏਗਾ। ਡਾਇਰੈਕਟ ਆਪਾਂ 2 ਰੁਪਏ ਚੌਲ ਦੇਣ ਨਾਲ ਕੋਈ ਅਮੀਰ ਨਹੀਂ ਹੋ ਸਕਦਾ ਤੇ ਕੋਈ ਅੱਗੇ ਨਹੀਂ ਹੋ ਸਕਦਾ। ਅਸੀਂ ਚਾਹੁੰਦੇ ਹਾਂ ਕਿ ਬਹੁਤੀਆਂ ਨੌਕਰੀਆਂ, ਬਹੁਤਾ ਇੰਪਲੋਇਮੈਂਟ ਜਨਰੇਟ ਹੋਵੇ, ਬਹੁਤਾ ਬਿਜ਼ਨਸ ਜਨਰੇਟ ਹੋਵੇ ਤੇ ਓਵਰਆਲ ਤਰੱਕੀ ਹੋਵੇ। ਜਿਹੜੀ ਆਪਾਂ ਹੁਣ ਵੀ ਗੱਲ ਫਾਈਨੈਂਸ ਮਿਨਿਸਟਰ ਨੇ ਦੱਸੀ ਕਿ ਜਿਹੜੀ ਸਾਡੀ ਪਰ ਕੈਪੀਟਾ ਇਨਕਮ ਹੈਗੀ ਹੈ ਉਹ ਡਬਲ ਹੋ ਗਈ ਹੈ, ਹੈ ਨਾ, 1.91 ਲੱਖ ਪਹੁੰਚ ਗਈ ਹੈ। ਤੋ ਇਹ ਗੱਲਾਂ ਨੇ ਜਿਹੜੀਆਂ ਇਨਡਾਇਰੈਕਟਲੀ ਸਾਨੂੰ ਨਜ਼ਰ ਆ ਰਹੀਆਂ ਕਿ ਉਹ ਬੈਨੀਫਿਟ ਆ ਰਿਹਾ ਹੈ ਕਾਮਨ ਮੈਨ ਕੋਲ। ਕਾਮਨ ਮੈਨ ਦੀ ਜਿਹੜੀ ਲਾਈਫ ਹੈ ਈਜ਼ੀ ਵੀ ਹੋ ਰਹੀ ਹੈ ਔਰ ਉਹ ਤਰੱਕੀ ਦੇ ਰਾਹ 'ਤੇ ਵੀ ਹੈ। ਤੇ ਇਹਦੇ ਵਿੱਚ ਫਾਈਨੈਂਸ ਮਿਨਿਸਟਰ ਨੇ ਸ਼ੀ ਟਰਾਈਡ ਟੂ ਟੱਚ ਐਵਰੀ ਜਿਹੜਾ ਸੋ ਕਾਲਡ ਲਾਸਟ ਮਾਈਲ ਵਾਲੀ ਗੱਲ ਕਰਦੇ ਆ, ਉੱਥੋਂ ਤੱਕ ਪਹੁੰਚਣਾ, ਜਿਹੜਾ ਕਹਿੰਦੇ ਬਾਟਮ ਆਫ ਦਾ ਪਿਰਾਮਿਡ ਨੂੰ ਟੱਚ ਕਰਨ ਦੀ ਗੱਲ ਕੀਤੀ ਹੈ, ਵਿਚ ਇਜ਼ ਵੈਰੀ ਇੰਪੋਰਟੈਂਟ। ਇਨਕਲੂਸਿਵਨੈਸ ਸੀ ਇਸ ਬਜਟ ਦੇ ਵਿੱਚ। ਕੁੱਲ ਮਿਲਾ ਕੇ ਕਿਸ ਤਰੀਕੇ? ਕੁੱਲ ਮਿਲਾ ਕੇ ਲੈ ਕੇ ਚੱਲੋ ਕਿ 8-8.5 ਨੰਬਰਾਂ ਦਾ ਬਜਟ ਹੈ। ਅਸੀਂ ਪਿਛਲੇ ਕਈ ਸਰਕਾਰਾਂ ਦੇ ਬਜਟ ਦੇਖੇ ਹੈ, ਉਹਨਾਂ ਤੋਂ ਚੰਗਾ ਬਜਟ ਹੈ। ਸਾਡੇ ਨਾਲ CII ਦੇ ਪੰਜਾਬ ਦੇ ਪ੍ਰੈਜ਼ੀਡੈਂਟ ਅਮਿਤ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ ਕੈਸੇ ਦੇਖ ਰਹੇ ਹੋ ਵੀ ਕੀ ਇਹ ਬਜਟ ਵਾਕਈ ਹੈਗਾ? ਬਹੁਤ ਲੋਕਾਂ ਦਾ ਬਜਟ ਹੈ ਜੀ, ਪੀਪਲਸ ਬਜਟ ਹੈ, ਬਜਟ ਠੀਕ ਹੈ। ਬਜਟ ਠੀਕ ਹੈ ਕੁੱਲ ਮਿਲਾ ਕੇ? ਹਾਂ, ਕੁੱਲ ਮਿਲਾ ਕੇ ਠੀਕ ਹੈ ਬਜਟ। ਕੋਈ ਆਪਾਂ ਜੇ ਕੋਈ ਨੁਕਸ ਲੱਭੀਏ ਤਾਂ ਸਾਨੂੰ ਕੋਈ ਨੁਕਸ ਲੱਭਿਆ ਨਹੀਂ ਬਜਟ ਦੇ ਵਿੱਚ। ਠੀਕ ਹੈ, ਇੱਕ ਦੋ ਚੀਜ਼ਾਂ ਉਮੀਦਾਂ ਹੁੰਦੀਆਂ, ਸਾਰੀ ਉਮੀਦਾਂ ਤਾਂ ਪੂਰੀ ਨਹੀਂ ਹੋ ਸਕਦੀਆਂ, ਪਰ ਉਹਨਾਂ ਨੇ ਹਰ ਸੈਕਟਰ ਦਾ ਧਿਆਨ ਰੱਖ ਕੇ ਦੇਖੋ। ਦੋਨੋਂ ਬਜਟ ਇਸ ਵਾਰ ਪੰਜਾਬ ਸਰਕਾਰ ਦਾ ਵੀ ਜਿਹੜਾ ਬਜਟ ਆਇਆ ਉਹ ਵੀ ਪੂਰਾ 9/10 ਸੀ, ਇਹ ਵੀ ਪੂਰੇ 9/10 ਹੈ। ਦੋਨੋਂ ਹੀ ਬਜਟ ਬਹੁਤ ਵਧੀਆ ਆਏ। ਕਈ ਐਕਸਪਰਟਿਸ ਨੂੰ ਇਹ ਲੈ ਕਹਿੰਦੇ ਕਿ ਪਿਛਲਾ ਹੀ ਬਜਟ ਸੀ, ਉਹਦਾ ਅਗਲੀ ਇੱਕ ਸੀਰੀਜ਼ ਕਹਿ ਸਕਦੇ ਆ ਕਿ ਸੀਰੀਜ਼ ਹੈ। ਨਹੀਂ ਦੇਖੋ, ਸੀਰੀਜ਼ ਤਾਂ ਹੁੰਦੀ ਹੋਈ ਹੈ, ਹਰ ਬਜਟ ਦੀ ਕੰਟੀਨਿਊਟੀ ਦੇ ਵਿੱਚ ਹੀ ਨਵਾਂ ਬਜਟ ਬਣ ਸਕਦਾ। ਪਿਛਲੀ ਬਜਟ ਨੂੰ ਆਪਾਂ ਭੁੱਲ ਕੇ ਨਵੇਂ ਬਜਟ ਦੀ ਗੱਲ ਕਿੱਦਾਂ ਕਰ ਸਕਦੇ ਹਾਂ? ਉਹਨੂੰ ਤਾਂ ਸੀਰੀਜ਼ ਨੂੰ ਤਾਂ ਰੱਖਣਾ ਹੀ ਪਊਗਾ ਧਿਆਨ ਦੇ ਵਿੱਚ। ਸੋ ਬਿਨਾਂ ਸੀਰੀਜ਼ ਤੋਂ ਤਾਂ ਕੰਮ ਨਹੀਂ ਚੱਲ ਸਕਦਾ। ਬਟ ਜੇ ਕੁਝ ਕभी ਬੜੀ ਨਵੀਂ ਚੀਜ਼ਾਂ ਆਈਆਂ, ਇਨਕਮ ਟੈਕਸ ਰੇਟਸ ਦੀ ਜਿਹੜੀ ਸਲੈਬਸ ਦੀ ਚੇਂਜ ਹੋਈ ਹੈ, ਬੜੀ ਇੰਪੋਰਟੈਂਟ ਚੇਂਜ ਹੈ। ਆਮ ਲੋਕ ਤਾਂ ਜਿਹੜੇ ਨੇ ਇਨਕਮ ਟੈਕਸ ਉੱਤੇ ਟੁਕਦੇ ਨੇ ਵੀ ਮੈਨੂੰ ਕਿੰਨਾ ਕੁ ਮੇਰਾ ਪੈਸਾ ਬਚਦਾ। ਸਵਾਲ ਤਾਂ ਹੈ ਹੀ ਹੈ ਜੀ। ਆਮ ਬੰਦੇ ਕਿਉਂ, ਉਹਨਾਂ ਨੇ ਤਾਂ ਇਸ ਵਾਰ ਅਮੀਰ ਬੰਦਿਆਂ ਨੂੰ ਵੀ ਖੁਸ਼ ਕਰਤਾ, ਉਹਨਾਂ ਦਾ ਵੀ ਸਲੈਬ ਘਟਾਤਾ, ਸਾਰੇ ਖੁਸ਼ ਕਰਤੇ। ਬਾਕੀ ਜਿਹੜਾ ਆ ਗੱਲ ਕੀਤੀ ਜਾਵੇ ਤਾਂ ਇੰਡਸਟਰੀ ਦੇ ਤੌਰ ਤੇ ਦੇਖੀਏ ਤਾਂ ਉਸ ਲਈ ਇੰਡਸਟਰੀ ਦੇ MSME ਦੀ ਬੜੀ ਵਧੀਆ ਸਕੀਮ ਕੱਢੀ ਹੈ ਜੀ, ਜਿਹਦੇ ਨਾਲ ਸਾਰੇ ਦੇ ਸਾਰੇ ਤੁਹਾਡੇ ਖਤਮ ਹੋ ਜੂਗੇ, ਤੁਹਾਡੀ ਕੋਰਟ ਕੇਸ ਖਤਮ ਹੋ ਜੂਗੇ। MSME ਦੇ ਕੋਰਟ ਕੇਸ ਜਿਹੜੇ ਚੱਲਦੇ ਪਏ ਆ ਡਿਊ ਟੂ ਨਾਨ ਕੰਟਰੈਕਚੁਅਲ ਆਬਲੀਗੇਸ਼ਨਸ, ਕੋਵਿਡ ਦੇ ਕਰਕੇ ਜਿਹੜੇ ਲੋਕ ਸਰਕਾਰ ਨੇ ਪੈਸੇ ਫੋਰਫੀਟ ਕਰ ਲਏ। ਸਰਕਾਰ ਕਹਿੰਦੀ ਕੋਰਟ ਚੋਂ ਬਾਹਰ ਨਿਕਲੋ, 95% ਨੇ ਪੈਸੇ ਵਾਪਸ ਚੱਕੋ, ਵਿਹਲੇ ਹੋ। ਹੋਰ ਵੀ ਬੜੀ ਇੱਦਾਂ ਨੇ ਵਿਵਾਦ ਸੇ ਸੰਵਾਦ ਦੀ ਸਕੀਮ ਦੇ ਵਿੱਚ ਜਿਹੜੀ ਹੋਰ ਚੀਜ਼ਾਂ ਕੱਢੀਆਂ ਉਹਨਾਂ ਨੇ ਕਿ ਨੰਬਰ ਆਫ ਸਕਰੂਟੀਨੀ ਘਟਾ ਦੇਣੀ ਹੈ ਇਨਕਮ ਟੈਕਸ ਦੇ ਵਿੱਚ। ਕੁਝ ਕੀ ਰਿਕਮੈਂਡੇਸ਼ਨ ਸੀਗੀਆਂ CII ਦੀ ਕਿ ਇੱਕ ਪੈਨ ਨੰਬਰ ਦੇ ਉੱਤੇ ਬਿਜ਼ਨਸਿਸ ਨੂੰ ਫੋਕਸ ਕਰਨਾ ਚਾਹੀਦਾ ਹੈ। ਸੋ ਇੱਦਾਂ ਦੀ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਬੜੇ ਫਾਇਦੇ ਵਾਲੀਆਂ ਆਈਆਂ। ਮੈਡੀਕਲ ਦੇ ਤੌਰ ਤੇ, ਸਿਹਤ ਸੇਵਾਵਾਂ ਦੇ ਤੌਰ ਤੇ ਕਿਵੇਂ? ਮੈਡੀਕਲ ਦੇ ਤੁਸੀਂ ਦੇਖੋ 157 ਕਾਲਜਸ ਦੇ ਉਹਨਾਂ ਨੇ ਕੀਤੀ ਹੈ, ਕੀ ਉਹਨੂੰ ਕਹਿੰਦੇ ਆ, ਇਹ 157 ਕਾਲਜਸ ਦੇ ਵਿੱਚ ਉਹਨਾਂ ਨੇ ਆਪਣਾ ਨਰਸਿੰਗ ਕਾਲਜਸ, ਮੈਡੀਕਲ ਕਾਲਜਸ ਨਾਲ ਅਟੈਚ ਕਰ। ਇੱਕ ਤਾਂ ਡਾਇਰੈਕਟ ਇੰਪਲੋਇਮੈਂਟ ਹੋ, ਇੱਕ ਜਿੰਨੀ ਨਰਸਾਂ ਤਿਆਰ ਹੋਣਗੀਆਂ ਉਹ ਇੰਪਲੋਏਬਲ ਨਰਸਾਂ, ਸਕਿਲਡ ਡਿਵੈਲਪਮੈਂਟ। ਨਰਸਾਂ ਦੀ ਮਿਸ਼ਨ ਸ਼ਾਰਟੇਜ ਹੈ, ਸਿਰਫ ਇੰਡੀਆ 'ਚ ਹੀ ਨਹੀਂ, ਬਾਹਰਲੇ ਦੇਸ਼ਾਂ 'ਚ ਵੀ। ਮਤਲਬ ਗਲਫ ਦੇ ਵਿੱਚ ਚਲੇ ਜਾਓ, ਸਿੰਗਾਪੁਰ ਚਲੇ ਜਾਓ, ਕਿੰਨੇ ਸਾਰੇ ਕੰਟਰੀਜ਼ ਦੇ ਵਿੱਚ ਇੰਡੀਆ ਦੀ ਨਰਸਿੰਗ ਸਟਾਫ ਨੂੰ ਪਸੰਦ ਕਰਦੇ ਆ। ਉਹਨਾਂ ਦਾ ਸਕਿੱਲ ਲੈਵਲ ਵਧੀਆ ਮੰਨਿਆ ਜਾਂਦਾ। ਉਹ ਫੋਰਨ ਐਕਸਚੇਂਜ ਅਰਨਰ ਵੀ ਬਣੂਗੀ, ਇੰਪਲੋਇਮੈਂਟ ਜਨਰੇਸ਼ਨ ਵੀ ਹੋਊਗੀ। ਇਹ ਤਾਂ ਬੜੀ ਵਧੀਆ ਸਕੀਮ ਹੈ ਜੀ। ਡਿਜੀਟਲ ਕਰਨ ਦੀ ਗੱਲ ਕਰਦੇ ਆ, ਡਿਜੀਟਲਾਈਜੇਸ਼ਨ ਦੀ ਗੱਲ ਕੀਤੀ ਜਾਂਦੀ ਹੈ, ਮੇਕ ਇਨ ਇੰਡੀਆ ਦੀ ਗੱਲ ਕੀਤੀ ਜਾਂਦੀ ਆ, ਕਿਤੇ ਟੱਚ ਕਰਦਾ ਖਰਾ ਰਹਿੰਦਾ? ਬਿਲਕੁਲ ਜੀ, ਐਗਰੀਕਲਚਰ 'ਚ ਉਹਨਾਂ ਨੇ ਡਿਜੀਟਲਾਈਜੇਸ਼ਨ ਦੀ ਗੱਲ ਕੀਤੀ, ਸਟਾਰਟਅਪਸ ਦੀ ਗੱਲ ਕੀਤੀ। ਸੋ ਜੇ ਤੁਸੀਂ ਦੇਖੋ ਇਕਨੋਮੀ ਦੀ ਡਿਜੀਟਲਾਈਜੇਸ਼ਨ ਤਾਂ ਕਦ ਦੀ ਉਹ ਮਤਲਬ ਪੁਰਾਣੀ ਸਰਕਾਰ ਤੋਂ ਚੱਲੀ ਸੀਗੀ। ਡਿਜੀਟਲਾਈਜੇਸ਼ਨ ਦੇ ਤਾਂ ਹਰ ਸਰਕਾਰ ਦਾ ਬੜਾ ਵਧੀਆ ਰੋਲ ਰਿਹਾ ਹੈ। ਤੁਸੀਂ ਜੇ ਆਪਾਂ ਮਨਮੋਹਨ ਸਿੰਘ ਸਰਕਾਰ ਦਾ ਦੇਖੀਏ, ਉਹਨਾਂ ਨੇ ਵੀ ਬਹੁਤ ਕੁਝ ਡਿਜੀਟਲਾਈਜ਼ ਕੀਤਾ। ਆਹ ਜਿਹੜੀ ਕਰੰਟ ਸਰਕਾਰ ਹੈ ਉਹਨੇ ਹੋਰ ਜ਼ਿਆਦਾ ਉਸ ਤੋਂ ਅੱਗੇ ਨੂੰ ਵਧਾਤਾ। ਸੋ ਡਿਜੀਟਲ ਤਾਂ ਉਸ ਤੋਂ ਬਗੈਰ ਤਾਂ ਕੁਝ ਹੋਣਾ ਨਹੀਂ। ਇੱਕੋ ਮੈਨੂੰ ਹਲੇ ਮੈਂ ਫਾਈਨਲ ਡਿਟੇਲ ਪੜ੍ਹਨੀ ਹੈ ਕਿ ਉਹਨਾਂ ਨੇ ਕਿਹਾ ਸੀਗਾ ਕਿ ਜਿਹਨਾਂ ਦੀ ਸਿਰਫ 5% ਕੈਸ਼ ਰਿਸੀਟਸ ਹੈ, ਜਿਹੜੀ ਕੰਪਨੀਜ਼ ਦੀ 95% ਡਿਜੀਟਲ ਪੇਮੈਂਟ ਹੈ, ਉਹਦੇ ਵਾਸਤੇ ਕੋਈ ਨਾ ਕੋਈ ਉਹ ਸਕੀਮ ਜੀ ਉਹਨਾਂ ਨੇ ਕੱਢੀ ਹੈ। ਉਹ ਮੈਂ ਹਲੇ ਪੜ੍ਹ ਕੇ ਸਮਝੂੰਗਾ ਫਾਈਨਲ ਡਿਟੇਲ ਕੀ ਹੈਗੀ। ਮਿਲਾ ਕੇ ਆਮ ਵਰਗ ਦੇ ਲਈ, ਆਮ ਜਿਹੜਾ ਕਹਿੰਦੇ ਆ ਕਿ ਉਹਦੇ ਲਈ ਕਿਸ ਤਰੀਕੇ ਦਾ? ਬਹੁਤ ਵਧੀਆ ਬਜਟ ਹੈ।
ਸਾਡੇ ਨਾਲ ਇਸ ਸਮੇਂ CII ਚੰਡੀਗੜ੍ਹ ਦੇ ਚੇਅਰਪਰਸਨ ਰਾਜੀਵ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਜੀ। ਕਿਸ ਤਰੀਕੇ ਨਾਲ ਤੁਸੀਂ ਆਲ ਓਵਰ ਬਜਟ ਨੂੰ ਦੇਖ ਰਹੇ ਹੋ? ਮੈਂ ਬੜਾ ਸਟਰਕਚਰਡ ਤਰੀਕੇ ਨਾਲ ਇਹਨਾਂ ਨੇ ਪੇਸ਼ ਕੀਤਾ ਹੈਗਾ ਜੋ ਸਾਡੇ ਫਾਈਨੈਂਸ ਮਿਨਿਸਟਰ ਨੇ ਬਜਟ ਨੂੰ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਡਿਫਰੈਂਟ ਦੇਖ ਰਿਹਾ ਇਸ ਵਾਰੀ ਹੋਈ ਹੈ, ਇੱਕ ਉਹਨਾਂ ਨੇ ਇਹੋ ਜਿਹਾ ਬਜਟ ਦਿੱਤਾ ਜਿੱਥੇ ਉਹ ਖੁਦ ਅਕਾਊਂਟੇਬਲ ਨੇ, ਆਪਣੇ ਜਿਹੜੇ ਚੀਜ਼ਾਂ ਨੂੰ ਉਹ ਕਰਨਾ ਚਾਹੁੰਦੇ ਨੇ, ਜਿਹੜੀ ਪ੍ਰਪੋਜ਼ ਕੀਤੀਆਂ ਨੇ। ਉਹਨਾਂ ਨੇ ਜਿਹੜਾ 7 ਪ੍ਰਾਇਰਟੀਜ਼ ਰੱਖੀਆਂ, ਸਭ ਤੋਂ ਵੱਡੀ ਗੱਲ ਹੈਗੀ ਉਹ 7 ਪ੍ਰਾਇਰਟੀਜ਼ ਦੇ ਅੰਡਰ ਸਾਰੇ ਸੈਗਮੈਂਟਸ ਨੂੰ, ਸਾਰੇ ਏਰੀਆਜ਼ ਨੂੰ ਟੱਚ ਕੀਤਾ ਹੈਗਾ। ਔਰ ਉਹਦੇ ਵਿੱਚ ਮਾਈਕਰੋ ਲੈਵਲ ਤੱਕ ਇੱਕਦਮ ਡੈਪਥ 'ਚ ਜਾ ਕੇ ਉਹਨਾਂ ਨੂੰ ਦੱਸਿਆ ਕਿ ਅਸੀਂ ਕੀ ਕਰ ਰਹੇ ਹੈਗੇ ਸਪੈਸੀਫਿਕ। ਇੱਕ ਓਵਰਆਲ ਗੱਲ ਕਰਕੇ ਖਤਮ ਨਹੀਂ ਕਰਤੀ ਲੈ ਕੇ, ਵੀ ਦੱਸ ਰਹੇ ਨੇ ਕਿ ਬਈ ਅਸੀਂ ਇਹ ਪੁਆਇੰਟਸ ਕਵਰ ਰਹੇ, ਮਤਲਬ ਹਰ 7 ਪੁਆਇੰਟਸ ਨੂੰ ਅਗਰ ਤੁਸੀਂ ਚੁੱਕੋ ਉਹਦੇ ਵਿੱਚ ਉਹਦੀ ਲੈਬ ਡਿਟੇਲਸ ਦਿੱਤੀਆਂ ਗਈਆਂ ਨੇ। ਉਹਨਾਂ ਨੇ ਕਲੀਅਰਲੀ ਕਿਹਾ ਕਿ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਇਸ ਵੇ। ਸੋ ਉਹ ਇੱਕ ਆਪਣੇ ਆਪ ਨੂੰ ਹੀ ਤੁਸੀਂ ਅਕਾਊਂਟੇਬਲ ਰੱਖ ਰਹੇ ਹੋ, ਜਿਹੜਾ ਕਿ ਕੋਈ ਰੱਖਦਾ ਨਹੀਂ। ਨੋਰਮਲੀ ਪਬਲਿਸ਼ ਬੰਦੇ ਕਹਿ ਛੱਡਦੇ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ, ਹੁੰਦਾ ਉਹਦਾ ਜਿਹੜਾ ਹੈਗਾ ਐਜੂਕੇਸ਼ਨ 'ਚ ਪਤਾ ਹੀ ਹੈ ਸਾਨੂੰ ਲੱਗੇ। ਤਾਂ ਇੱਕ ਉਹਦਾ ਇੱਕ ਬੜਾ ਡਿਫਰੈਂਸ ਦੇਖਿਆ ਲੈ ਕੇ ਮੈਂ। ਦੂਸਰਾ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਐਗਰੀਕਲਚਰ ਸੈਕਟਰ ਵਾਸਤੇ, ਖਾਸ ਕਰ ਮੈਂ ਮਿਲਟਸ ਦੀ ਗੱਲ ਮੈਂ ਕਰਾਂਗਾ ਲੈ ਕੇ। ਉਹ ਸਾਰੇ ਕੁਐਸਚਨ ਇਹੀ ਕਰਦੇ ਨੇ ਕਿ ਵੀ ਫਾਰਮਰ ਨੂੰ ਕਿਸ ਤਰ੍ਹਾਂ ਦਾ ਬੈਨੀਫਿਟ ਮਿਲੇਗਾ। ਮੇਰੇ ਹਿਸਾਬ ਨਾਲ ਮਿਲਟਸ ਦੀ ਅਗਰ ਅਸੀਂ ਗਰੋਥ ਨੂੰ ਇਨਕਰੇਜ ਕਰ ਰਹੇ ਹਾਂ, ਔਰ ਜਿਹੜਾ ਕਿ ਟ੍ਰੈਂਡ ਚੱਲ ਰਿਹਾ ਪਿਛਲੇ 1 ਸਾਲ 'ਚ ਦੇਖਿਆ ਕਿ ਮਿਲਟਸ ਦੀ ਪ੍ਰਾਈਸਿੰਗ ਕਿੱਥੇ ਤੋਂ ਕਿੱਥੇ ਪਹੁੰਚ ਗਈਆਂ ਨੇ। ਇਹ ਫਾਰਮਰ ਦੇ ਇਨਕਮ ਹੀ ਇਨਕਰੀਜ਼ ਕਰਦੀ ਹੈ ਅਗਰ ਉਹ ਆਪਣੇ ਪੈਟਰਨ ਨੂੰ ਚੇਂਜ ਕਰਦੇ ਨੇ ਕਿ ਬਈ ਅਸੀਂ ਥੋੜਾ ਕਨਵੈਨਸ਼ਨਲ ਕ੍ਰੌਪਸ ਤੋਂ ਹਟ ਕੇ ਮਿਲਟਸ ਦੇ ਉੱਪਰ ਜਾਈਏ, ਤੇ ਉਹ ਉਹਦਾ ਇੱਕ ਐਡਵਾਂਟੇਜ ਲੈ ਸਕਦੇ ਨੇ ਫਾਈਨੈਂਸ਼ੀਅਲੀ। ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ ਮਿਲਟਸ ਦੇ ਨਾਲ ਤੁਹਾਡੀ ਜਿਹੜੀ ਜ਼ਮੀਨ ਦੇ ਉੱਪਰ ਜਿਹੜਾ ਅਸਰ ਪੈ ਰਿਹਾ ਕੈਮੀਕਲਸ ਦਾ, ਇਹ ਸਾਰੀ ਚੀਜ਼ਾਂ ਜਿਹੜੇ ਵੀਟ ਦੇ ਰਾਈਸ ਦੇ ਵਿੱਚ ਪੈਂਦਾ ਹੈ, ਮਿਲਟਸ ਦੇ ਇਸ ਚੀਜ਼ ਹਟ ਜਾਂਦਾ ਹੈ ਇਹ ਚੀਜ਼ ਨੂੰ, ਤਾਂ ਤੁਹਾਡੀ ਪੋਲਿਊਸ਼ਨ ਘਟਦੀ ਹੈ ਲੈ ਕੇ। ਸੋ ਦੋਨੋਂ ਇਟ ਇਜ਼ ਅ ਪਲੱਸ ਫॉर द ਫਾਈਨੈਂਸ, ਫॉर द ਜਿਹੜਾ ਫਾਰਮਰ ਦੇ ਇਨਕਮ ਵਾਸਤੇ ਤੇ ਜ਼ਮੀਨ ਵਾਸਤੇ ਵੀ ਇਹ ਬੜੀ ਬੈਨੀਫਿਸ਼ੀਅਲ ਚੀਜ਼ ਹੈਗੀ ਹੈ। ਇਨਫਰਾਸਟ੍ਰਕਚਰ ਦੇ ਉੱਪਰ ਆਲਰੇਡੀ ਉਹਨਾਂ ਨੇ ਇਨਵੈਸਟਮੈਂਟਸ ਦੀ ਕਾਫੀ ਗੱਲ ਕੀਤੀ ਹੈਗੀ ਹੈ, ਤੇ ਉਹ ਵੀ ਹੈ। ਦੂਸਰਾ ਜਿਹੜਾ ਫਾਈਨੈਂਸ਼ੀਅਲ ਡੈਫਿਸਿਟ ਦੇ ਉੱਪਰ ਰਿਡਿਊਸ ਕਰਨ ਦੀ ਗੱਲ ਕਰ ਰਹੇ ਆ 4.5% ਦੀ, ਉਹਦੇ ਉੱਪਰ ਜਿਹੜੇ ਤਰ੍ਹਾਂ ਉਹ ਪੈਟਰਨ ਨਾਲ ਚੱਲ ਰਹੇ ਨੇ, ਮੇਰਾ ਆਪਣਾ ਵਿਸ਼ਵਾਸ ਹੈ ਕਿ ਯੈਸ ਉਹ ਕਾਫੀ ਕਲੋਜ਼ ਜਾਣਗੇ। ਅਗਰ 4.5 ਨਹੀਂ ਤਾਂ ਉਸੇ ਕਾਫੀ ਨਜ਼ਦੀਕ ਜਾ ਕੇ ਇਹ 2025 ਦੇ ਜਿਹੜਾ ਉਹਨਾਂ ਟਾਰਗੇਟ ਦਿੱਤਾ ਉਹ ਅਚੀਵ ਕਰਨਗੇ। ਇੰਡਸਟਰੀ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਛੋਟੀ ਸਮਾਲ ਸਕੇਲ ਇੰਡਸਟਰੀ ਲਈ ਵੀ ਜਿਹੜਾ ਹਾਂ MSME ਵਾਸਤੇ ਉਹਨਾਂ ਨੇ ਇੱਕ ਬਹੁਤ ਵੱਡਾ ਸਟੈਪ ਜਿਹੜਾ ਦਿੱਤਾ ਕਿ 95% ਆਫ ਦਾ ਫੋਰਫਿਟਡ ਅਮਾਊਂਟ ਜਿਹੜਾ ਉਹ ਕਰਦੇ ਕੰਟਰੈਕਟ ਨਹੀਂ ਹੋ ਪਾਉਂਦੇ ਜਿਹੜੇ ਕੋਲ ਤਾਂ ਉਹ 95% ਉਹਦਾ ਵਾਪਸ ਉਹ ਰਿਲੀਜ਼ ਕਰ ਦੇਣਗੇ। ਤੇ MSME ਨੂੰ ਬਹੁਤ ਬੜਾ ਬੈਨੀਫਿਟ ਹੈ। ਅਦਰਵਾਈਜ਼ ਹੁੰਦਾ ਕਿ ਕਈ ਲੋਕ ਤਾਂ ਇਸੀ ਚੱਕਰ ਦੇ 1-2 ਕੰਟਰੈਕਟ ਦੇ ਵਿੱਚ ਫਸ ਜਾਂਦੇ ਨੇ ਲੈ ਕੇ, ਉਹ ਨਿਕਲ ਨਹੀਂ ਪਾਉਂਦੇ। ਪਰ ਜਦੋਂ ਇਹ ਉਹਨਾਂ ਦੀ ਲਿਕੁਇਡਿਟੀ ਵਧਾਤੀ ਰਿਲੀਜ਼ ਕਰਕੇ ਅਮਾਊਂਟ, ਤੋਂ ਉਹਨਾਂ ਨੂੰ ਡਾਇਰੈਕਟ ਬੈਨੀਫਿਟ ਮਿਲੇਗਾ। ਸੋ MSME ਸੈਕਟਰ ਜਿਹੜਾ 70% ਹੈਗਾ, ਉਹਨਾਂ ਨੂੰ ਇਹ ਸਭ ਤੋਂ ਵੱਡਾ ਸਟੈਪ ਹੈ ਜਿਹੜਾ ਉਹਨਾਂ ਨੇ ਕੀਤਾ ਹੈ। ਐਜੂਕੇਸ਼ਨ ਨੂੰ ਮੈਂ ਬਾਰ-ਬਾਰ ਗੱਲ ਕਰ ਰਿਹਾ ਕਿ ਐਜੂਕੇਸ਼ਨ ਖਾਸ ਕਰਕੇ ਹੈਲਥ ਸੈਕਟਰ, ਇਹ 2 ਸੈਕਟਰਾਂ ਨੂੰ ਕਿਵੇਂ ਲੱਗਦਾ ਕਿ ਵਾਕਈ ਇਹ ਬਜਟ ਜਿਹੜਾ ਥੋੜਾ ਐਜੂਕੇਸ਼ਨ ਤਾਂ ਸਭ ਤੋਂ ਵੱਡੀ ਗੱਲ ਹੈ। ਉਹਨਾਂ ਨੇ ਜਿਹੜਾ ਇੰਪੋਰਟੈਂਸ ਦੇ ਰਹੇ ਐਜੂਕੇਸ਼ਨ ਦੇ ਇਲਾਵਾ ਸਕਿਲਿੰਗ ਦੇ ਉੱਪਰ, ਮੈਂ ਸਕਿਲਿੰਗ ਦੀ ਗੱਲ ਕਰਾਂ ਕਿਉਂਕਿ ਯੂਥ ਜਿਹੜਾ ਹੈਗਾ ਐਜੂਕੇਸ਼ਨ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਜਿਹੜਾ ਉਹਨਾਂ ਦੀ ਪਾਲਿਸੀ ਆਈਆਂ ਨੇ ਜਿਸ ਤਰ੍ਹਾਂ ਇਨਕਰੇਜ ਕਰ ਰਹੇ ਨੇ ਲੈ ਕੇ, ਅਮਾਊਂਟ ਵੀ ਜਿਹੜਾ ਡਿਸਕਲੋਜ਼ ਕੀਤਾ ਹੈਗਾ। ਸਕਿੱਲ ਐਜੂਕੇਸ਼ਨ ਜਿਹੜਾ ਇੰਡੀਆ 'ਚ ਉਹ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ, ਬਹੁਤ ਵੱਡਾ ਸਟੈਪ ਹੈ। ਔਰ ਜਿਹੜਾ ਕਿ ਯੂਥ ਨੂੰ ਔਰ ਆਪਣੀ ਇਕਨੋਮੀ ਦੀ ਗਰੋਥ ਨੂੰ, ਆਪਣੀ ਇੰਡਸਟਰੀਜ਼ ਨੂੰ ਬਹੁਤ ਇਸਦਾ ਬੈਨੀਫਿਟ ਮਿਲੇ, ਕਿਉਂਕਿ ਇੰਡਸਟਰੀ ਸਭ ਤੋਂ ਵੱਡੀ ਇਹ ਪ੍ਰੋਬਲਮ ਹੁੰਦੀ ਹੈ ਕਿ ਸਕਿੱਲਡ ਲੋਕ ਨਹੀਂ ਮਿਲਦੇ। ਐਜੂਕੇਸ਼ਨ ਮਿਲ ਜਾਏਗੀ, ਮੇਬੀ ਡਿਗਰੀਜ਼ ਬਾਰੇ ਸਾਰੇ ਮਿਲ ਜਾਣਗੇ ਲੈ ਕੇ, ਪਰ ਉਸ ਸਬਜੈਕਟ ਉੱਪਰ ਸਕਿਲਿੰਗ ਨਹੀਂ ਹੁੰਦੀ ਹੈ ਤੇ ਉਹਨਾਂ ਨੂੰ ਕੁਝ ਕਰ ਨਹੀਂ ਪਾਉਂਦੇ। ਉਹ ਇੱਕ ਬਹੁਤ ਵੱਡਾ ਗੈਪ ਹੈ ਜਿਹੜਾ ਕਿ ਅਸੀਂ ਦੇ ਉੱਪਰ ਐਮਫਸਾਈਜ਼ ਕਰ ਰਹੇ ਨੇ। ਇਹ ਪੁਆਇੰਟ ਤੁਹਾਡਾ ਗੁੱਡ ਹੈਗਾ, ਕਿਉਂਕਿ ਅਸੀਂ ਪਹਿਲਾਂ ਸਰਕਾਰੀ ਸਕੂਲ ਦੇ ਵਿੱਚ ਵੋਕੇਸ਼ਨਸ ਸਬਜੈਕਟ ਹੁੰਦਾ ਸੀ, ਉਹ ਵੀ ਖਤਮ ਹੋ ਗਿਆ ਸੀ ਹੁਣ ਤਾਂ, ਤੇ ਉੱਥੋਂ ਫਿਰ ਜਿਹੜਾ ਸਕਿੱਲ ਕਿੱਥੋਂ ਡਿਵੈਲਪ ਹੋਣਾ। ਬਿਲਕੁਲ। ਔਰ ਦੇਖੋ ਇੱਕ ਚੀਜ਼ ਜਿਹਨੂੰ ਅਸੀਂ ਕਹਿੰਦੇ ਟ੍ਰੇਡਸ, ਬੇਸਿਕਲੀ ਟ੍ਰੇਡ ਹੈਗਾ ਇਹ, ਤੇ ਜੇ ਟ੍ਰੇਡ ਨੂੰ ਹੀ ਡਿਵੈਲਪ ਨਹੀਂ ਕੀਤਾ, ਉਹੀ ਚੈਪਟਰ ਪਿੱਛੇ ਰਹਿ ਗਿਆ, ਤਾਂ ਫਿਰ ਡਿਗਰੀਜ਼ ਲੈ ਕੇ ਤਾਂ ਕੋਈ ਫਾਇਦਾ ਨਹੀਂ ਨਾ। ਡਿਗਰੀਜ਼ ਦਾ ਕੰਮ ਆਉਣਾ ਨਹੀਂ ਹੈਗਾ, ਉਹ ਤਾਂ ਤੁਹਾਡੀ ਸਕਿੱਲ ਦੇਖੀ ਜਾਂਦੀ ਹੈ ਇੰਡਸਟਰੀ ਦੇ ਵਿੱਚ। ਸੋ ਇਹ ਚੀਜ਼ ਦਾ ਇੱਕ ਬਹੁਤ ਬੜਾ ਬੈਨੀਫਿਟ ਸਕਿਲਿੰਗ ਡਿਵੈਲਪਮੈਂਟ ਉੱਪਰ ਮਿਲੇਗਾ। ਬਾਕੀ ਤੁਹਾਡਾ ਦੂਸਰਾ ਪੁਆਇੰਟ ਹੈਲਥ ਦੇ ਉੱਪਰ, ਹਾਂ ਹੈਲਥ ਦੇ ਉੱਪਰ ਦੇਖੋ ਉਹਨਾਂ ਨੇ ਇਸ ਵਾਰੀ ਕਿਹਾ ਹੈ ਕਿ ਜਿਹੜਾ ਮੈਡੀਕਲ ਇਕਵਿਪਮੈਂਟ ਦੇ ਉੱਪਰ ਜਿਹੜਾ ਉਹ ਸਾਈਜ਼ ਕਰ ਰਹੇ, ਟ੍ਰੇਨਿੰਗ ਇੰਸਟੀਟਿਊਟਸ ਖੋਲ ਰਹੇ ਨੇ, ਉਹਦੇ ਉੱਪਰ ਉਹਨਾਂ ਨੂੰ ਇਨਕਰੇਜ ਕਰ ਰਹੇ ਬਾਈ ਗਿਵਿੰਗ ਮੋਰ ਐਂਡ ਮੋਰ ਫਾਈਨੈਂਸ ਟੂ ਦੈਟ ਸੈਕਟਰ। ਦੈਟ ਇਜ਼ ਅ ਬਿਗ ਥਿੰਗ ਜਿਹੜਾ ਕਿ ਹੈਲਥ ਸੈਕਟਰ ਨੂੰ ਇਨਕਰੇਜ ਕਰੇਗਾ। ਜ਼ਿਆਦਾ ਸੈਂਟਰਸ ਵੀ ਖੋਲ ਰਹੇ ਨੇ ਜਿਹੜਾ ਹਸਪੀਟਲਸ ਦੇ ਉੱਪਰ, ਆਯੁਸ਼ਮਾਨ ਭਾਰਤ ਦੇ ਲੈ ਕੇ ਜਿਹੜੇ ਉਹਨਾਂ ਦੇ ਕੰਮ ਚੱਲ ਰਹੇ ਨੇ। ਈ ਸੰਜੀਵਨੀ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਜਿਹੜਾ ਹੈਲਥ ਸੈਕਟਰ ਨੂੰ ਕਰ ਰਿਹਾ। ਸਾਡੇ ਕੋਲ ਥੋੜੇ ਦਿਨ ਪਹਿਲੇ ਇੱਥੇ ਹੋਇਆ ਵੀ ਸੀ ਇੱਕ ਸੈਮੀਨਾਰ ਜਿਹੜਾ ਕਿ ਈ ਸੰਜੀਵਨੀ ਦੇ ਉੱਪਰ ਕੀ ਬੈਨੀਫਿਟਸ ਲੋਕਾਂ ਨੂੰ ਮਿਲ ਰਹੇ ਨੇ ਔਰ ਕਿਸ ਤਰ੍ਹਾਂ ਉਹ ਵਾਈਡ ਸਪੈਕਟਰਮ 'ਚ ਫੈਲ ਰਿਹਾ। ਇੱਕ ਬਹੁਤ ਵੱਡੀ ਚੀਜ਼ ਹੈ ਹੈਲਥ ਸੈਕਟਰ ਦੀ ਡਿਵੈਲਪਮੈਂਟ ਵਾਸਤੇ।
ਮਿਲਾ ਕੇ ਅਸੀਂ ਕਹਦੇ ਹਾਂ ਕਿ ਆਮ ਲੋਕਾਂ ਲਈ ਇਹ ਬਜਟ ਜਿਹੜਾ ਉਹ ਕੋਈ ਨਾ ਕੋਈ ਕਿਸੇ ਸਿੱਧੇ ਫਾਇਦਾ ਨਹੀਂ ਦੇਵੇਗਾ, ਅਸਿੱਧੇ ਤੌਰ ਤੇ ਫਾਇਦਾ ਜਿਹੜਾ ਪਰ ਇੱਕ ਤਰ੍ਹਾਂ ਨਾਲ ਉਹਨਾਂ ਨੇ ਜਿਹੜੀ ਸਟਾਰਟ ਕੀਤੀ ਹੈਗੀ ਉਹ ਬੇਸ ਤੋਂ ਸਟਾਰਟ ਕੀਤੀ ਹੈਗੀ ਹੈ, ਤਾਂ ਬੇਸ ਤੋਂ ਜਿਹੜਾ ਲੈ ਕੇ ਜਾਣਗੇ ਫਿਰ ਉਹਦਾ ਬੈਨੀਫਿਟ ਆਣਾ ਹੀ ਆਣਾ ਹੈ। ਔਰ ਡਾਇਰੈਕਟ ਕੋਈ ਬੰਦਾ ਦੇਖੇ ਜੀ ਮੈਨੂੰ ਇਮੀਡੀਏਟ ਬੈਨੀਫਿਟ ਕੀ ਮਿਲਦਾ, ਇਸ ਤਰ੍ਹਾਂ ਨਹੀਂ ਹੁੰਦਾ। ਇਟ ਹੈਜ਼ ਟੂ ਸਟਾਰਟ ਫਰਮ ਥੱਲੇ ਉਹ ਸ਼ੁਰੂ ਹੋਏਗਾ ਤੇ ਅੱਗੇ ਤੱਕ ਉਹਨੂੰ ਲੈ ਕੇ ਜਾਏਗਾ। ਭਾਰਤ ਨਿਰਮਾਣ ਦੀ ਗੱਲ ਕਰ ਲਈ ਵੀ ਕਿ ਭਾਰਤ ਨਿਰਮਾਣ ਜਿਹੜਾ ਬਿਲਕੁਲ 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 ਉਸ ਚੀਜ਼ ਦਾ ਕਵਰ ਕਰੇ। ਡਿਜੀਟਲ ਇੰਡੀਆ, ਮੇਕ ਇਨ ਇੰਡੀਆ ਦੀ ਗੱਲ ਕੀਤੀ ਜਾਂਦੀ ਹੈ ਤੇ ਇਸ ਬਜਟ ਦੇ ਵਿੱਚ ਦੇਖ ਰਹੇ ਹੋ ਦੇਖੋ ਜੀ, ਮੇਡ ਇਨ ਇੰਡੀਆ, ਮੇਡ ਇਨ ਇੰਡੀਆ ਤਾਂ ਉਹੀ ਗੱਲ ਹੈ ਕਿ ਤੁਹਾਡਾ ਜਿਹੜਾ ਕਿ ਸਕਿਲਿੰਗ ਨੂੰ ਡਿਵੈਲਪ ਕਰੋ ਔਰ ਉੱਥੇ ਤੁਸੀਂ ਐਮਐਸਐਮਈ ਨੂੰ ਡਿਵੈਲਪ ਕਰੋਗੇ। ਉਹੀ ਇੱਕ ਸੈਕਟਰ 70% ਇੰਡਸਟਰੀ ਐਮਐਸਐਮਈ ਦੀ ਹੈਗੀ ਹੈ, ਉਹੀ ਅਗਰ ਉਸ ਨੂੰ ਵਧਾਏਗੀ ਲੈ ਕੇ, ਉਹ ਸਕਿੱਲ ਨੂੰ ਮਿਲੇਗਾ ਲੈ ਕੇ, ਤਾਂ ਇੱਕ ਬਹੁਤ ਬੜਾ ਏਰੀਆ ਜਿੱਥੇ ਉਹ ਡਿਵੈਲਪਮੈਂਟ ਕਰ ਸਕਦੇ ਹਨ ਲੈ ਕੇ ਇਸ ਚੀਜ਼ ਨੂੰ। ਆਮ ਲੋਕਾਂ ਦੇ ਆਧਾਰ ਤੇ ਇੱਕ ਇੱਕ ਸ਼ਬਦ 'ਚ ਜਾਣਾ ਤੇ ਬਜਟ ਕਿਵੇਂ ਰਿਹਾ? ਮੈਂ ਤਾਂ ਉਹਨੂੰ ਕਹੂੰਗਾ ਜੀ, ਮੈਂ ਆਪਣੀ ਤਰਫ ਤੋਂ ਉਹਨੂੰ 8.25% ਦਿੱਤਾ ਹੈਗਾ, ਤਾਂ ਇਟਸ ਅ ਗੁੱਡ ਬਜਟ। ਆਈ ਵਿਲ ਸੇ ਇਟਸ ਅ ਗੁੱਡ ਬਜਟ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਸਰ ਰਾਜੀਵ ਜੀ ਸਾਡੇ ਨਾਲ ਸੀਗੇ ਜਿਹੜੇ ਅਸੀਂ ਆਈਆਈ ਚੰਡੀਗੜ੍ਹ ਦੇ ਚੇਅਰਪਰਸਨ ਨੇ, ਜਿਨ੍ਹਾਂ ਵੱਲੋਂ ਇਸ ਬਜਟ ਨੂੰ ਆਪਣੇ ਵੱਲੋਂ 8 ਪੁਆਇੰਟ ਜਿਹੜੇ ਦਿੱਤੇ ਗਏ ਨੇ। ਕਿਹਾ ਗਿਆ ਕਿ ਬਜਟ ਕੁੱਲ ਮਿਲਾ ਕੇ ਵਧੀਆ ਹੈ ਕਿਉਂਕਿ ਡਿਵੈਲਪਮੈਂਟ ਹੋਵੇਗੀ, ਇਸ ਨਾਲ ਡਿਵੈਲਪਿੰਗ ਜਿਹੜਾ ਸਾਰਾ ਏਰੀਆ ਬਣੇਗਾ। ਪਰ ਇੱਥੇ ਕੀ ਆ ਕਿ ਫਾਇਦਾ ਪਹੁੰਚੇਗਾ ਲੋਕਾਂ ਨੂੰ, ਸਮਾਂ ਲੱਗੇਗਾ। ਹਾਲਾਂਕਿ ਟੈਕਸ ਦੇ ਵਿੱਚ ਵੀ ਥੋੜ੍ਹੀਆਂ ਰਾਹਤਾਂ ਮਿਲੀਆਂ ਨੇ ਆਮ ਲੋਕਾਂ ਲਈ, ਬਹੁਤ ਵੱਡੀ ਗੱਲ ਹੁੰਦੀ ਹੈ ਟੈਕਸ ਨੂੰ ਦੇਖਣਾ, ਤੇ ਉਹ ਰਾਹਤ ਰਹੀ ਹੈ। ਕੁੱਲ ਮਿਲਾ ਕੇ ਬਜਟ ਤੇ ਅੱਜ ਚਰਚਾ ਰਹੀ ਆ। ਤਮਾਮ ਅਸੀਂ ਇੱਥੇ ਜਿਹੜੇ ਹਸਤੀਆਂ ਸਨ ਉਹਨਾਂ ਨਾਲ ਗੱਲਬਾਤ ਕੀਤੀ ਕਿ ਬਜਟ ਕਿਵੇਂ ਰਿਹਾ, ਕਿਸ ਤਰੀਕੇ ਨਾਲ ਦੇਖ ਰਹੇ ਨੇ, ਤੇ ਇਸ ਬਜਟ ਨੂੰ ਉਹਨਾਂ ਨੇ ਜਿਹੜਾ ਚੰਗਾ ਹੀ ਦੱਸਿਆ। ਕਿਸੇ ਨੇ ਵੀ ਅਜੇ ਤੱਕ ਬਜਟ ਬਾਰੇ ਕੋਈ ਨੁਕਤਾਚੀਨੀ ਨਹੀਂ ਕੀਤੀ ਹੈ। ਸੋ ਤੁਸੀਂ ਦੇਖ ਰਹੇ ਟੀਵੀ ਪੰਜਾਬ, ਖਾਸ ਪੇਸ਼ਕਸ਼ ਸੀ ਬਜਟ ਨੂੰ ਲੈ ਕੇ। ਉਮੀਦ ਕਰਦੇ ਤੁਹਾਨੂੰ ਪਸੰਦ ਆਈ ਹੋਵੇਗਾ। ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦੇ ਇਜਾਜ਼ਤ। ਦੇਖ ਰਹੇ ਟੀਵੀ ਪੰਜਾਬ, ਧੰਨਵਾਦ।